ਇਤਿਹਾਸ ਭਗਤ ਧੰਨਾ ਜੀ। ਸਭ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਭਗਤ ਧੰਨਾ ਜੀ ਨੇ ਸ਼ਰਧਾ ਪਿਆਰ ਵਿੱਚੋਂ ਰੱਬ ਪਾਇਆ, ਪੱਥਰ ਵਿੱਚੋਂ ਨਹੀਂ। ਪੱਥਰ ਸਿਰਫ ਇੱਕ ਜ਼ਰੀਆ ਸੀ। ਭਗਤ ਧੰਨਾ ਜੀ ਹਿੰਦ ਉਪ ਮਹਾਂਦੀਪ ਦੇ ਇੱਕ ਅਹਿਮ ਰੂਹਾਨੀ ਅੰਦੋਲਨ ਮੱਧਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ। ਉਹਨਾਂ ਦਾ ਜਨਮ 21 ਅਪ੍ਰੈਲ 1416 ਰਾਜਸਥਾਨ ਦੇ ਜ਼ਿਲ੍ਹਾ ਟਾਂਕ ਦਿਓਲੀ ਨੇੜੇ ਪਿੰਡ ਧੁਆਨ ਕਲਾਂ ਵਿੱਚ ਪਿਤਾ ਮਾਹੀ, ਜੋ ਕਿ ਇੱਕ ਕਿਸਾਨ ਜ਼ਮੀਂਦਾਰ ਦੇ ਘਰ ਹੋਇਆ ਸੀ। ਬਚਪਨ ਦੇ ਥੋੜ੍ਹੇ ਸਾਲ ਖੇਡਦਿਆਂ ਕੁੱਦਦਿਆਂ ਬੀਤੇ। ਜਦੋਂ ਥੋੜ੍ਹੇ ਵੱਡੇ ਹੋਏ ਤਾਂ ਮਾਂ-ਬਾਪ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ, ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਿਤ ਹਰ ਰੋਜ਼ ਉਸ ਠਾਕੁਰ ਦੁਆਰੇ ਵਿੱਚ ਦੇਵੀ ਦੇਵਤਿਆਂ ਦੀਆਂ ਬਣੀਆਂ ਪੱਥਰ ਦੀਆਂ ਮੂਰਤਾਂ ਨੂੰ ਨਹਾਉਂਦਾ, ਘੰਟੀਆਂ ਖੜਕਾ ਕੇ ਉਹਨਾਂ ਦੀ ਪੂਜਾ ਕਰਦਾ ਤੇ ਭੋਗ ਲਵਾਉਂਦਾ, ਜੋ ਉਸ ਦੀ ਰੋਟੀ ਰੋਜੀ ਦਾ ਵਸੀਲਾ ਸੀ, ਬਸ ਹੋਰ ਕੁਝ ਨਹੀਂ। ਧੰਨਾ ਬਚਪਨ ਤੋਂ ਉਸ ਬ੍ਰਾਹਮਣ ਨੂੰ ਪੂਜਾ ਕਰਦਾ ਦੇਖਦਾ ਆਇਆ। ਇੱਕ ਦਿਨ ਉਸਦੇ ਮਨ ਵਿੱਚ ਸਵਾਲ ਉੱਠਿਆ ਕਿ ਬ੍ਰਾਹਮਣ ਰੋਜ਼ ਠਾਕਰਾਂ ਦੀ ਪੂਜਾ ਕਿਉਂ ਕਰਦਾ ਹੈ? ਠਾਕੁਰ ਇਸਨੂੰ ਕੀ ਦਿੰਦੇ ਹਨ? ਜੇ ਠਾਕੁਰ ਵਾਕਿਆ ਹੀ ਕੁਝ ਦਿੰਦੇ ਹਨ ਤਾਂ ਉਹ ਵੀ ਠਾਕੁਰ ਦੀ ਪੂਜਾ ਕਰੇਗਾ ਤਾਂ ਕਿ ਉਸਦੀ ਗਰੀਬੀ ਦੂਰ ਹੋ ਜਾਵੇ। ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਨ ਪੁੱਛਿਆ। ਪੰਡਿਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾਂ ਜੋ ਮੰਗੀਏ ਉਹੀ ਦੇ ਦਿੰਦੇ ਨੇ। ਧੰਨੇ ਨੇ ਕਿਹਾ ਕਿ ਪੰਡਿਤ ਜੀ, ਇੱਕ ਠਾਕੁਰ ਮੈਨੂੰ ਵੀ ਦੇ ਦਿਓ। ਪੰਡਿਤ ਨੇ ਕਿਹਾ ਕਿ ਇਹ ਤੇਰੇ ਕੋਲੋਂ ਪ੍ਰਸੰਨ ਨਹੀਂ ਹੋਣਾ। ਇੱਕ ਤਾਂ ਤੂੰ ਜੱਟ ਹੈ, ਦੂਜਾ ਅਨਪੜ੍ਹ, ਤੀਜਾ ਠਾਕੁਰ ਮੰਦਰ ਤੋਂ ਬਗੈਰ ਕਿਤੇ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣ ਦਾ ਕੰਮ ਪੂਜਾ ਕਰਨਾ ਅਤੇ ਤੁਹਾਡਾ ਕੰਮ ਹੈ ਖੇਤੀ ਕਰਨਾ। ਪੰਡਿਤ ਨੇ ਬਹੁਤ ਸਮਝਾਇਆ ਪਰ ਧੰਨਾ ਆਪਣੀ ਜਿੱਦ 'ਤੇ ਅੜ ਗਿਆ। ਪੰਡਿਤ ਨੇ ਸੋਚਿਆ ਕਿ ਕਿਤੇ ਗੁੱਸੇ 'ਚ ਆ ਕੇ ਕੁਝ ਉਲਟੀ ਸਿੱਧੀ ਹਰਕਤ ਨਾ ਕਰ ਦੇਵੇ। ਉਸਨੇ ਮੰਦਰ ਵਿੱਚ ਪਿਆ 1 ਸਾਲ ਗ੍ਰਾਮ ਪੱਥਰ ਧੰਨੇ ਨੂੰ ਦੇ ਦਿੱਤਾ ਅਤੇ ਪੂਜਾ ਕਰਨ ਦਾ ਤਰੀਕਾ ਵੀ ਦੱਸ ਦਿੱਤਾ। ਚਾਦਰ ਵਿੱਚ ਲਪੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ। ਤਰਖਾਣ ਕੋਲੋਂ ਲੱਕੜ ਦੀ ਚੌਂਕੀ ਬਣਾਈ ਤੇ ਠਾਕੁਰ ਨੂੰ ਉਸ ਉੱਪਰ ਰੱਖ ਦਿੱਤਾ। ਧੰਨਾ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਠਾਕੁਰ ਨੂੰ ਪ੍ਰਸੰਨ ਕਰਕੇ ਕੀ ਮੰਗੇਗਾ। ਘਰ ਵਿੱਚ ਕਈ ਲੋੜਾਂ ਹਨ, ਪਰ ਪਹਿਲਾਂ ਕੀ ਮੰਗੇਗਾ? ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ, ਫਿਰ ਠਾਕੁਰ ਨੂੰ ਕਰਾਇਆ। ਕੁਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਅਤੇ ਬੇਨਤੀ ਕੀਤੀ, ਠਾਕੁਰ ਜੀ ਭੋਜਨ ਛਕੋ। ਧੰਨੇ ਨੇ ਵੇਖਿਆ ਕਿ ਬਾਰ-ਬਾਰ ਮਿੰਨਤਾਂ ਕਰਨ 'ਤੇ ਵੀ ਠਾਕੁਰ ਨੇ ਪ੍ਰਸ਼ਾਦ ਨਹੀਂ ਛਕਿਆ। ਧੰਨੇ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਾਂ ਮੈਂ ਵੀ ਨਹੀਂ ਕੁਝ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਪਰਮਾਤਮਾ ਨੇ ਸੋਚਿਆ, ਧੰਨੇ ਦੀ ਆਤਮਾ ਨਿਰਮਲ ਹੈ, ਉਹ ਵਲ-ਛਲ ਨਹੀਂ ਜਾਣਦਾ ਤੇ ਸੱਚਮੁੱਚ ਭੁੱਖਾ ਮਰ ਜਾਏਗਾ। ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪੈਣਾ ਹੈ। ਧੰਨਾ ਉਡੀਕ ਵਿੱਚ ਠਾਕੁਰ 'ਤੇ ਅੱਖਾਂ ਜਮਾ ਕੇ ਬੈਠਾ ਰਿਹਾ। ਕਾਫੀ ਸਮਾਂ ਬੀਤ ਜਾਣ ਮਗਰੋਂ ਧੰਨਾ ਦੇਖਦਾ ਹੈ ਕਿ ਅਚਾਨਕ ਭਗਵਾਨ ਉਸਦੀ ਰੋਟੀ ਮੱਖਣ ਨਾਲ ਖਾ ਰਹੇ ਨੇ। ਥੋੜ੍ਹਾ ਪ੍ਰਸ਼ਾਦ ਧੰਨੇ ਵਾਸਤੇ ਬਚਾ ਦਿੱਤਾ। ਧੰਨਾ ਖੁਸ਼ੀ ਨਾਲ ਉਛਲ ਪਿਆ। ਰੋਟੀ ਖਾ ਕੇ ਭਗਵਾਨ ਜੀ ਨੇ ਪ੍ਰਸੰਨਚਿਤ ਹੋ ਕੇ ਧੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ। ਧੰਨੇ ਨੇ ਜੋ ਮੰਗਿਆ ਉਹਨਾਂ ਦੀਆਂ ਸਤਰਾਂ ਰਾਗ ਧਨਾਸਰੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿਨਕੇ ਕਾਜ ਸਵਾਰਤਾ ਰਹਾਓ। ਦਾਲ ਸੀਦਾ ਮਾਂਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆ ਸਾਧਨ ਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੈਵੈ ਮੰਗੀ। ਅਰਥ: ਹੇ ਧਰਤੀ ਦੇ ਪਾਲਣਹਾਰ ਪ੍ਰਭੂ, ਮੈਂ ਤੁਹਾਡੇ ਦਰ ਦਾ ਮੰਗਤਾ ਹਾਂ, ਮੇਰੀ ਜ਼ਰੂਰਤਾਂ ਪੂਰੀ ਕਰ। ਜੋ ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਪੂਰੇ ਕਰਦਾ ਹੈ। ਰਹਾਓ: ਮੈਂ ਤੁਹਾਡੇ ਦਰ ਵੱਲੋਂ ਆਟਾ, ਦਾਲ, ਘਿਓ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖ ਸਕੇ। ਜੁੱਤੀ ਅਤੇ ਸੁੰਦਰ ਕੱਪੜਾ ਵੀ ਮੰਗਦਾ ਹਾਂ ਅਤੇ 7 ਸੀਵਾਂ ਦਾ ਅਨਾਜ ਵੀ ਮੰਗਦਾ ਹਾਂ। ਹੇ ਗੋਪਾਲ, ਮੈਂ ਦੁੱਧ ਦੇਣ ਵਾਲੀ ਗਾਂ ਵੀ 7 ਸੀਵਾਂ ਮੰਗਦਾ ਹਾਂ ਅਤੇ ਇੱਕ ਅਰਬੀ ਘੋੜਾ ਵੀ। ਮੈਂ ਤੇਰਾ ਦਾਸ ਧੰਨਾ ਤੁਹਾਡੇ ਵੱਲੋਂ ਘਰ ਲਈ ਇੱਕ ਚੰਗੀ ਇਸਤਰੀ ਵੀ ਮੰਗਦਾ ਹਾਂ। ਇਸ ਪ੍ਰਚਲਿਤ ਕਹਾਣੀ ਦਾ ਜ਼ਿਕਰ ਭਾਈ ਗੁਰਦਾਸ ਜੀ ਵੀ 10ਵੀਂ ਵਾਰ ਦੀ 13ਵੀਂ ਪੌੜੀ ਵਿੱਚ ਜ਼ਿਕਰ ਕਰਦੇ ਹੋਏ ਲਿਖਦੇ ਹਨ: ਬ੍ਰਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੇ। ਧੰਨੇ ਡਿੱਠਾ ਚਲਤ ਏ, ਪੂਛੇ ਬ੍ਰਾਹਮਣ ਆਖ ਸੁਣਾਵੇ। ਠਾਕੁਰ ਦੀ ਸੇਵਾ ਕਰੇ, ਜੋ ਇੱਛੇ ਸੋਈ ਪਲ ਪਾਵੇ। ਧੰਨਾ ਕਰਦਾ ਜੋਦੜੀ, ਮੈਂ ਵੀ ਦੇ ਏਕ, ਜੇ ਤੁਧ ਭਾਵੇ। ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੋਲ ਛਡਾਵੇ। ਠਾਕੁਰ ਨੂੰ ਨਵਾਲ ਕੇ ਸ਼ਾਹੇ ਰੋਟੀ ਲੈ ਭੋਗ ਚੜਾਵੇ। ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਪੈ ਬਹੁ ਮਨਾਵੇ। ਹੋਂ ਵੀ ਮੂੰਹ ਨਾ ਝੁਠਲਾਸਾ, ਤੂੰ ਰੂਠਾ ਮੈਂ ਕਿਹੋ ਨਾ ਸਖਾਵੇ। ਗੁਸਾਈਂ ਪ੍ਰਤੱਖ ਹੋਏ ਰੋਟੀ ਖਾਏ, ਸ਼ਾਹ ਮੂੰਹ ਲਾਵੇ। ਭੋਲਾ ਭਾਉ ਗੋਵਿੰਦ ਮਿਲਾਵੇ। ਇਹ ਭਾਵਨਾ ਠੀਕ ਹੈ ਕਿ
ਈਸ਼ਵਰ ਅਣਮੰਗਿਆਂ ਹੀ ਸਭ ਕੁਝ ਦਿੰਦਾ ਹੈ ਅਤੇ ਹਰ ਬੰਦਾ ਆਪਣੀਆਂ ਲੋੜਾਂ ਅਤੇ ਆਪਣੀ ਸੋਚ ਦੇ ਹਿਸਾਬ ਨਾਲ ਉਸ ਅਕਾਲ ਪੁਰਖ ਤੋਂ ਕੁਝ ਨਾ ਕੁਝ ਮੰਗਦਾ ਹੀ ਰਹਿੰਦਾ ਹੈ। ਭੁੱਖਾ ਦਾਲ ਰੋਟੀ ਅਤੇ ਰੱਜਿਆ ਮਹਿਲ ਮਾੜੀਆਂ ਅਤੇ ਅਧਿਆਤਮਕ ਉਸਦੇ ਰਾਹ 'ਤੇ ਤੁਰਨ ਦਾ ਰਸਤਾ। ਪਰ ਜੋ ਢਿੱਡ ਤੋਂ ਭੁੱਖਾ ਅਤੇ ਸੋਚ ਤੋਂ ਅਧਿਆਤਮਕ ਹੋਵੇ ਉਹ ਪਹਿਲਾਂ ਰੋਟੀ ਤਾਂ ਰੱਬ ਕੋਲੋਂ ਮੰਗੇਗਾ ਹੀ, ਕਿਉਂਕਿ ਭੁੱਖਿਆਂ ਭਗਤੀ ਨਹੀਂ ਹੁੰਦੀ ਜਦ ਤੱਕ ਇਸ਼ਨਾਨ ਅਕਾਲ ਪੁਰਖ ਨਾਲ ਇਕਮਿਕ ਨਹੀਂ ਹੋ ਜਾਂਦਾ। ਮਾਂਗੋ ਰਾਮ ਤੇ ਸਭ ਥੋਕ, ਮਾਨੁਖ ਕਿਉ ਜਾਚਤ ਸ਼ਰਮ ਪਾਈਐ, ਪ੍ਰਭ ਕੈ ਸਿਮਰਨ ਸੋਕ ਰਹਾਉ। ਧਨਾਸਰੀ ਮਹੱਲਾ ਪੰਜਵਾਂ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧਾ ਅੱਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਕਈ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਬ੍ਰਾਹਮਣ ਕੋਲੋਂ ਲੈ ਕੇ ਸਾਲਗਰਾਮ ਦੀ ਪੂਜਾ ਕਰਨ ਲੱਗੇ ਤਾਂ ਕੋਈ ਫਲ ਨਾ ਪ੍ਰਾਪਤ ਹੋਇਆ ਤਾਂ ਸਾਲਗਰਾਮ ਉਸਨੇ ਬ੍ਰਾਹਮਣ ਨੂੰ ਮੋੜ ਦਿੱਤਾ। ਕਹਿਣ ਲੱਗੇ ਕਿ ਸਾਲਗਰਾਮ ਮੇਰੇ ਨਾਲ ਗੁੱਸੇ ਹੈ, ਮੇਰੀ ਰੋਟੀ ਨਹੀਂ ਖਾਂਦਾ। ਬ੍ਰਾਹਮਣ ਨੇ ਅਸਲ ਗੱਲ ਦੱਸੀ ਕਿ ਭਾਈ ਇਹ ਤਾਂ ਪੱਥਰ ਹੈ, ਇਹ ਖਾਂਦਾ ਪੀਂਦਾ ਨਹੀਂ, ਰੱਬ ਤਾਂ ਹੋਰ ਹੈ। ਭਾਈ ਕਾਹਨ ਸਿੰਘ ਜੀ ਅਨੁਸਾਰ ਭਗਤ ਧੰਨਾ ਜੀ ਨੇ ਸਵਾਮੀ ਰਾਮਾਨੰਦ ਜੀ ਤੋਂ ਕਾਸ਼ੀ ਜਾ ਕੇ ਗੁਰੂ ਦੀਖਿਆ ਲਈ। ਪਹਿਲੀ ਉਮਰ ਵਿੱਚ ਇਹ ਮੂਰਤੀ ਪੂਜਕ ਰਹੇ, ਪਰ ਅੰਤ ਨੂੰ ਅਕਾਲ ਪੁਰਖ ਦਾ ਉਪਾਸ਼ਕ ਹੋ ਕੇ ਪਰਮ ਪਦ ਦੇ ਅਧਿਕਾਰੀ ਬਣੇ। ਸਿੱਖ ਦੀ ਸ਼ਰਧਾ ਤਾਂ ਇਹ ਹੈ ਕਿ ਦੁਨੀਆ ਦਾ ਹਰੇਕ ਕਾਰ ਵਿਹਾਰ ਸ਼ੁਰੂ ਕਰਨ ਲੱਗੇ ਤਾਂ ਉਸਦੀ ਸਫਲਤਾ ਲਈ ਪ੍ਰਭੂ ਦੇ ਦਰ ਉੱਤੇ ਅਰਦਾਸ ਕਰਨੀ ਹੈ। ਸਿੱਖ ਵਿਦਿਆਰਥੀ ਜੇਕਰ ਇਮਤਿਹਾਨ ਵੀ ਦੇਣ ਜਾ ਰਿਹਾ ਹੈ ਤਾਂ ਚੱਲਣ ਤੋਂ ਪਹਿਲਾਂ ਪ੍ਰਭੂ ਦੇ ਦਰ 'ਤੇ ਅਰਦਾਸ ਕਰੋ। ਸਿੱਖ ਜੇਕਰ ਸਫ਼ਰ ਵਿੱਚ ਚੱਲਿਆ ਹੈ ਤਾਂ ਵੀ ਅਰਦਾਸ ਕਰੋ। ਸਿੱਖ ਆਪਣਾ ਰਿਹਾਇਸ਼ੀ ਮਕਾਨ ਬਣਾਉਣਾ ਚਾਹੁੰਦਾ ਹੈ, ਨੀਂਹ ਰੱਖਣ ਤੋਂ ਪਹਿਲਾਂ ਅਰਦਾਸ ਕਰੋ। ਹਰੇਕ ਦੁੱਖ ਸੁੱਖ ਦੇ ਸਮੇਂ ਸਿੱਖ ਅਰਦਾਸ ਕਰੋ। ਜਦੋਂ ਕੋਈ ਰੋਗ ਆਦਿ ਵਿਪਤਾ ਪ੍ਰਭੂ ਦੀ ਮਿਹਰ ਵੱਲੋਂ ਦੂਰ ਹੁੰਦੀ ਹੈ ਤਦ ਵੀ ਸਿੱਖ ਸ਼ੁਕਰਾਨੇ ਦੇ ਤੌਰ 'ਤੇ ਅਰਦਾਸ ਕਰੇ। ਹੁਣ ਤੁਸੀਂ ਹੀ ਦੱਸੋ ਸਾਧ ਸੰਗਤ ਜੀ, ਇਹ ਗੁਰਮਤਿ ਦੇ ਵਿਰੁੱਧ ਹੈ। ਬਾਣੀ ਵਿੱਚ ਹੁਕਮ ਤਾਂ ਇਹੀ ਹੈ, ਕੀਤਾ ਲੋੜੀਏ ਕੰਮ ਸੋ ਹਰਿ ਹਰਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸਿਰ ਰਾਗ ਦੀ ਵਾਰ ਭਗਤ ਧੰਨਾ ਜੀ ਦਾ ਅਗਲਾ ਸ਼ਬਦ। ਆਸਾ ਬਾਣੀ ਭਗਤ ਧੰਨੇ ਜੀ ਕੀ, ਏਕ ਓਂਕਾਰ ਸਤਿਗੁਰ ਪ੍ਰਸਾਦ। ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਬਿਖ ਕਾਮ ਲੁਭਦ, ਰਾਤਾ ਮਨ ਵਿਸਰੈ ਪ੍ਰਭ ਹੀਰੇ ਰਹਾਉ। ਬਿਖ ਫਲ ਮੀਠ ਲਗੇ ਮਨ ਬਉਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਵੱਡੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆ। ਜੁਗਤ ਜਾਨ ਨਹੀਂ ਹਿਰਦੇ ਨਿਵਾਸੀ, ਜਲਤ ਜਾਲ ਜਮ ਫੰਦ ਭਰੇ, ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਵਿਸਰੇ। ਗਿਆਨ ਪ੍ਰਵੇਸ਼ ਗੁਰੇ ਧਨ ਦੀਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤ ਮਾਨੀ ਸੁਖ ਜਾਨਿਆ, ਤ੍ਰਿਪਤ ਗਾਏ ਮੁਕਤ ਪਏ। ਜੋਤ ਸਮਾਈ ਸਮਾਨੀ ਜਾਕੇ, ਅਸਲੀ ਪ੍ਰਭ ਪਹਿਚਾਨਿਆ, ਧੰਨੇ ਧਨ ਪਾਇਆ ਧਰਨੀ, ਧਰਮ ਮਿਲ ਜਨ ਸੰਤ ਸਮਾਨਿਆ। ਅਰਥ, ਮਾਇਆ ਦੇ ਮੋਹ ਵਿੱਚ ਭਟਕਦੇ ਹੋਏ ਕਈ ਜਨਮ ਗੁਜ਼ਰ ਜਾਂਦੇ ਹਨ। ਇਹ ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਪੈਸਾ ਵੀ ਟਿਕਿਆ ਨਹੀਂ ਰਹਿੰਦਾ। ਲੋਭੀ ਜੀਵ ਜ਼ਹਿਰ ਰੂਪੀ ਪਦਾਰਥਾਂ ਦੇ ਲਾਲਚ ਵਿੱਚ, ਕਾਮ ਵਾਸਨਾ ਵਿੱਚ ਰਹਿੰਦਾ ਹੈ। ਇਸ ਦੇ ਮਨ ਵਿੱਚੋਂ ਵਡਮੁੱਲਾ ਈਸ਼ਵਰ ਵਾਹਿਗੁਰੂ ਵਿਸਰ ਜਾਂਦਾ ਹੈ। ਰਹਾਉ, ਇਹ ਕਮਲੇ ਮਨ, ਇਹ ਜ਼ਹਿਰ ਰੂਪੀ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੁੰਦਰ ਵਿਚਾਰ ਨਹੀਂ ਆਉਂਦੇ। ਗੁਣਾਂ ਵੱਲੋਂ ਹਟ ਕੇ ਹੋਰ ਕਿਸਮ ਦੀ ਪ੍ਰੀਤ ਤੁਹਾਡੇ ਅੰਦਰ ਵੱਧ ਰਹੀ ਹੈ ਅਤੇ ਤੁਹਾਡੇ ਜਨਮ ਮਰਨ ਦਾ ਵੀ ਤਾਣਾ ਬਣਿਆ ਜਾ ਰਿਹਾ ਹੈ। ਹੇ ਮਨ, ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤੀ ਆਪਣੇ ਅੰਦਰ ਪੱਕੀ ਕਰ ਕਿ ਤ੍ਰਿਸ਼ਨਾ ਵਿੱਚ ਜਲ ਕੇ ਤੈਨੂੰ ਜਮਦੂਤਾਂ ਦੇ ਜਾਲ, ਜਮਦੂਤਾਂ ਦੇ ਫਾਹੀ ਪੈਣਾ ਹੈ। ਹੇ ਮਨ, ਤੂੰ ਵਿਸ਼ਾ ਰੂਪੀ ਜ਼ਹਿਰ ਦੇ ਫਲ ਹੀ ਇਕੱਠੇ ਕਰਕੇ ਸੰਭਾਲਦਾ ਰਿਹਾ ਅਤੇ ਅਜਿਹੇ ਸੰਭਾਲਦੇ ਰਿਹਾ ਕਿ ਤੈਨੂੰ ਪਰਮ ਪੁਰਖ ਰੱਬ ਹੀ ਭੁੱਲ ਗਿਆ। ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼ ਰੂਪੀ ਧਨ ਦਿੱਤਾ, ਉਸਦੀ ਮੂਰਤ ਪ੍ਰਭੂ ਵੱਲੋਂ ਇਕਮਿਕ ਹੋ ਗਈ। ਉਸਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸਦੀ ਸੁੱਖ ਦੇ ਨਾਲ ਸਾਂਝ ਬਣ ਗਈ। ਉਹ ਮਾਇਆ ਵੱਲੋਂ ਚੰਗੀ ਤਰ੍ਹਾਂ ਵੱਲੋਂ ਰੱਜ ਗਿਆ ਅਤੇ ਬੰਧਨ ਮੁਕਤ ਹੋ ਗਿਆ। ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਵ ਵਿਆਪਕ ਜੋਤ ਟਿਕ ਗਈ, ਉਸਨੇ ਮਾਇਆ ਵਿੱਚ ਨਹੀਂ ਛਲੇ ਜਾਣ ਵਾਲੇ ਪ੍ਰਭੂ ਨੂੰ ਪਹਿਚਾਣ ਲਿਆ। ਮੈਂ ਜਾਨ ਧੰਨੇ ਨੇ ਵੀ ਉਸ ਪ੍ਰਭੂ ਦਾ ਨਾਮ ਰੂਪ ਧਨ ਢੂੰਡ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। ਮੈਂ ਧੰਨਾ ਵੀ ਸੰਤ ਲੋਕਾਂ ਨੂੰ ਮਿਲ ਕੇ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ। ਇਸ ਗੱਲ ਨੂੰ ਹੋਰ ਵਧੇਰੇ ਸਪਸ਼ਟ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਰਚਾਇਤਾ ਗੁਰੂ ਅਰਜਨ ਪਾਤਸ਼ਾਹ ਜੀ ਵੀ ਇਸੇ ਰਾਗ ਵਿੱਚ, ਇਸੇ ਹੀ ਪੰਨੇ ਤੇ ਇਸੇ ਹੀ ਸ਼ਬਦ ਦੇ ਨਾਲ ਆਪ ਇੱਕ ਸ਼ਬਦ ਉਚਾਰਦੇ ਨੇ ਤੇ ਦੱਸਦੇ ਹਨ ਕਿ ਭਗਤ ਨਾਮਦੇਵ, ਕਬੀਰ, ਰਵਿਦਾਸ ਅਤੇ ਸੈਣ ਦੀ ਸੁਣੀ ਹੋਈ ਸ਼ੋਭਾ ਸੂ ਕੇ ਭਗਤ ਧੰਨਾ ਵੀ ਪ੍ਰਭੂ ਭਗਤੀ ਵਿੱਚ ਜੁੜ ਗਿਆ ਸੀ ਅਤੇ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਵੀ ਮਿਲਾਪ ਪ੍ਰਭੂ ਨਾਲ ਹੋ ਗਿਆ। ਪੂਰਾ ਸ਼ਬਦ ਇਸ ਤਰ੍ਹਾਂ ਹੈ। ਗੋਵਿੰਦ 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 ਸੰਗ ਨਾਮ ਦਿਓ ਮਹਲੀਨਾ, ਆਢ ਦਾਮ ਕੋ ਛਿਪਰੋ ਹੋਇਓ ਲਖੀਨਾ, ਰਹਾਉ। ਬੁਣਨਾ ਧਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲ ਜੁਲਾਹਰਾ ਭਇਓ ਗੁਨਹ ਗਹੀਰਾ। ਰਵਿਦਾਸ ਢੂੰਡਤਾ ਢੋਰ ਨਿਤ ਤਿਨ ਤਿਆਗੀ, ਮਾਇਆ ਪ੍ਰਗਟ ਹੋਆ ਸਾਧ ਸੰਗ ਹਰਿ ਦਰਸ਼ਨ ਪਾਇਆ। ਸੈਨ ਨਾਹੀ ਬੁਤਕਾਰਿਆ ਘਰ ਘਰ ਸੁਨਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗੰਨਿਆ। ਇਹ ਵੱਧ ਸੁਣ ਕੇ ਜਾਟ ਰੋ, ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ, ਧਨ ਵਡਭਾਗਾ। 58 ਸਾਲ ਗੁਰੂ ਚਰਨਾਂ ਵਿੱਚ ਬਿਤਾ ਕੇ 1474 ਵਿੱਚ ਆਪ ਅਕਾਲ ਪੁਰਖ
ਕੋਲ ਚਲਾਣਾ ਕਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।